ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦਾ ਖਾਸ ਤੇ ਨਵਾਂ ਸ਼ੋਅ ਡੇਲੀ ਸੰਜੀਵਨੀ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਸੋ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਇੱਕ ਵਾਇਰਸ ਫੈਲ ਰਿਹਾ ਹੈ H3N2। ਸੋ ਇਹ ਵਾਇਰਸ ਕਿੱਦਾਂ ਦਾ, ਇਸ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ, ਇਹਦੇ ਸਿੰਪਟਮਸ ਕੀ ਹੁੰਦੇ ਨੇ, ਕੀ ਕੁਝ ਲੱਛਣ ਜਿਹੜੇ ਪਾਏ ਜਾਂਦੇ ਨੇ। ਸੋ ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਅੱਗੇ ਭਵਿੱਖ ਦੇ ਵਿੱਚ ਕਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਨੇ, ਇਸ ਬਾਬਤ ਅੱਜ ਖਾਸ ਜਾਣਕਾਰੀ ਸਾਡੇ ਐਕਸਪਰਟ ਤੁਹਾਡੇ ਨਾਲ ਸ਼ੇਅਰ ਕਰਨਗੇ। ਸੋ ਕਿਵੇਂ ਬਚ ਸਕਦੇ ਹੋ, ਤੁਹਾਡੀ ਰਾਏ ਵੀ ਅਸੀਂ ਲਵਾਂਗੇ। ਤੁਸੀਂ ਜੇਕਰ ਸਾਡੇ ਐਕਸਪਰਟ ਤੋਂ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਪਰ ਇਸ ਸਿੰਪਟਮਸ ਕੀ ਨਜ਼ਰ ਆਉਂਦੇ ਨੇ ਤੇ ਕਿੱਦਾਂ ਦਾ ਇਹ ਵਾਇਰਸ ਹੈ, ਤੁਹਾਨੂੰ ਇੱਕ ਖਾਸ ਰਿਪੋਰਟ ਦੇ ਜ਼ਰੀਏ ਦੱਸ ਦਿੰਦੇ ਹਾਂ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੇਸ਼ ਦੇ ਵਿੱਚ H3N2 ਇਨਫਲੂਐਂਜ਼ਾ ਨੇ ਦਸਤਕ ਦਿੱਤੀ ਹੈ। ਹਰਿਆਣਾ ਤੇ ਕਰਨਾਟਕ ਤੋਂ ਬਾਅਦ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਸ ਵਾਇਰਸ ਨੇ ਹਰਿਆਣਾ ਤੇ ਕਰਨਾਟਕ ਦੇ ਵਿੱਚ 2 ਮਰੀਜ਼ਾਂ ਦੀ ਜਾਨ ਵੀ ਲਈ ਹੈ। ਦੇਸ਼ ਭਰ ਦੇ ਵਿੱਚ ਇਸ ਵਾਇਰਸ ਦੇ ਨਾਲ 450 ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹੈ। ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੋਕਾਂ ਨੂੰ ਵੱਧ ਰਹੇ H3N2 ਮਾਮਲਿਆਂ ਨੂੰ ਲੈ ਕੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਖੰਘ ਅਤੇ ਜ਼ੁਕਾਮ ਹੈ ਉਹਨਾਂ ਨੂੰ ਦੂਸਰੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਹੋਰ ਕੀ ਕੁਝ ਕਿਹਾ ਉਹਨਾਂ ने इस मसले पे सुनते हैं। देखो, मैं एक तो जो हमारे यूनियन हेल्थ मिनिस्टर हैं उन्होंने भी अलर्ट जारी किया है। वी शुड ऑलवेज बी ऑन अलर्ट। अभी बहुत सारी वायरल डिजीज़ आ रही हैं। पहले कोरोना आया था, ये इन्फ्लुएंजा वायरस है। पहले H1N1 था, अब H3 और N2 है। तो इसमें यही है कि आप भीड़ वाले इलाके से दूर रहें। अगर किसी को खांसी जुकाम है उसका भी फ़र्ज है कि वो दूसरे लोगों से दूर रहे। तो जो अगर कोई खांसी वासी कर रहा है आप उससे दूर रहो। तो इसमें मतलब हमें सावधानियां बरतनी चाहिए। मतलब पंजाब में अभी तक भगवान की कृपा है, हरियाणा में एक डेथ हुई है, पंजाब में कोई केस भी नहीं हुआ मार्च में। तो फरवरी में जहाँ हमारी एक डेथ हुई थी, तो हम उसकी जो भी प्रिकॉशन है जहाँ भी होता है वहाँ पे हम अलर्ट करके तो वहाँ उसकी टेस्टिंग करते हैं, आइसोलेशन करते हैं, सारा कुछ किया जा रहा है। मतलब आई पुट द एंटायर मशीनरी ऑन हाई अलर्ट। तो मैंने भी अपने स्टाफ से कह रखा कि कहीं भी होता है तो मुझे पता चलना चाहिए। ਉਧਰ ਹਰਿਆਣਾ ਦੇ ਜੀਂਦ ਵਿੱਚ ਇਨਫਲੂਐਂਜ਼ਾ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਹਰਿਆਣਾ ਦੇ ਵਿੱਚ ਹੁਣ ਤੱਕ 10 ਮਾਮਲੇ ਸਾਹਮਣੇ ਆ ਚੁੱਕੇ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਰਕਾਰ ਇਸ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਤਿਆਰ ਹੈ। इस मामले ते साडे सहयोगी वालों डॉक्टर दे नाल गलबात की गई। की कुछ आखदे ने वो भी सुनते हैं। ये वायरस बेसिकली फ्लू कोल्ड जैसे सिम्टम्स ही लेके आता है। ये कोविड जितना फैटल नहीं है। बाकी इसमें खांसी, बुखार, जुकाम, रनिंग नोज और हेडेक सबसे ज़्यादा है। इसमें प्रिकॉशंस के लिए मास्क तो मैंडेटरी है ही है कि आप पहने क्राउडेड प्लेसेस में। घर पे स्टीम लेते रहें, नमक पानी से गरारे करें। अगर आपको लगता है 2 दिन से ज़्यादा आप ये सिम्टम्स परसिस्ट कर रहे हैं तो डेफिनेटली डॉक्टर से मिलें। कितना खतरनाक है ये वायरस सर? ये इतना ज़्यादा खतरनाक नहीं है। फ्लू लाइक सिम्टम्स हैं बट ये परसिस्ट कर रहा है 6 to 7 डेज में। 5 to 6 डेज में आप सिम्टम्स फ्री, फीवर फ्री होंगे। सिम्टम्स डेफिनेटली जाते जाते और 7 दिन ये ले लेता है। तो आप मान के चलें आप 0 to 14 डेज ये डिसीज आपको तंग कर सकते। बेशक डॉक्टर ते सेहत मंत्री ये आख रहे ने कि इस वायरस तो बहुता घबराउण दी लोड़ नहीं, पर इस वायरस तो सावधानी किवें रखी जा सकती है इस दा पता होना बहुत जरूरी है। जेकर तुहानू भी वायरस के लक्षण नजर आउंदे है तो चंगे डॉक्टर तो सलाह लैके सावधानी जरूर वरती जाए। न्यूज़ डेस्क रिपोर्ट, डेली पोस्ट पंजाब, हरियाणा हिमाचल। ਸੋ ਦੇਸ਼ ਦੇ ਵਿੱਚ ਇਸ ਸਮੇਂ H3N2 ਵਾਇਰਸ ਨੇ ਦਸਤਕ ਤਾਂ ਦਿੱਤੀ ਹੈ ਤੇ 450 ਤੋਂ ਵੱਧ ਮਾਮਲੇ ਜਿਹੜੇ ਨੇ ਇਹਦੇ ਸਾਹਮਣੇ ਆ ਚੁੱਕੇ ਨੇ। ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਦੇਖਰੇਖ ਵੀ ਕੀਤੀ ਜਾ ਰਹੀ ਹੈ। ਪਰ ਇਸ ਤੋਂ ਬਚਿਆ ਕਿੱਦਾਂ ਜਾਵੇ, ਕਿੱਦਾਂ ਇਹਦੇ ਲੱਛਣ ਹੁੰਦੇ ਨੇ ਉਸ ਬਾਰੇ ਵੀ ਤੁਹਾਨੂੰ ਦੱਸ ਦਾਂਗੇ। ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਤੇ ਨੱਕ ਨੂੰ ਰੁਮਾਲ ਦੇ ਨਾਲ ਢੱਕੋ, ਹੱਥਾਂ ਨੂੰ ਸਾਬਣ ਤੇ ਪਾਣੀ ਦੇ ਨਾਲ ਧੋਵੋ। ਸਾਫ਼ ਸਫਾਈ ਬਹੁਤ ਜ਼ਰੂਰੀ ਹੈ। ਆਪਣੀਆਂ ਅੱਖਾਂ ਤੇ ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚੋ, ਬਾਰ-ਬਾਰ ਟੱਚ ਨਾ ਕਰੋ। ਸੋ ਹੁਣ ਤੱਕ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਮਾਸਕ ਪਾਉਣ ਦੀ ਤੇ ਭੀੜ ਵਾਲੀਆਂ ਥਾਵਾਂ ਤੋਂ ਬਚਣ ਦੀ ਜਿਹੜੀ ਹੈ ਗੱਲ ਦੱਸੀ ਗਈ ਹੈ। ਸਾਵਧਾਨੀ ਸਾਨੂੰ ਵਰਤਣੀ ਚਾਹੀਦੀ ਹੈ। ਤਰਲ ਪਦਾਰਥ ਜ਼ਿਆਦਾ ਲਓ ਤੇ ਪੌਸ਼ਟਿਕ ਆਹਾਰ ਲਓ। ਡਾਈਟ ਆਪਣੀ ਪ੍ਰੋਪਰ ਰੱਖੋ, ਕਿਉਂਕਿ ਡਾਈਟ ਜੇਕਰ ਪ੍ਰੋਪਰ ਹੋਵੇਗੀ, ਸੋ ਬਾਹਰ ਦਾ ਤੁਸੀਂ ਖਾਣਾ ਅਵੋਇਡ ਕਰੋਗੇ ਤਾਂ ਬਚ ਪਾਓਗੇ। ਸੋ ਦੂਜੀਆਂ ਬਿਮਾਰੀਆਂ ਤੁਹਾਡੇ ਸੰਪਰਕ ਵਿੱਚ ਨਹੀਂ ਆਉਣਗੀਆਂ। ਸੋ ਇੱਕ ਦੂਜੇ ਤੋਂ ਜਿਹੜੀਆਂ ਫੈਲਦੀਆਂ ਨੇ, ਠੰਡ ਲੱਗਣਾ, ਦਸਤ ਲੱਗਣਾ, ਉਲਟੀ ਆਉਣਾ, ਸੋ ਇਹ ਸਾਰੇ ਸਿੰਪਟਮਸ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਜੇਕਰ ਇਹ ਸਿੰਪਟਮਸ ਤੁਹਾਡੇ ਵਿੱਚ ਪਾਏ ਜਾਂਦੇ ਨੇ ਤਾਂ ਤੁਸੀਂ
ਡਾਕਟਰ ਦੇ ਨਾਲ ਤੁਰੰਤ ਸੰਪਰਕ ਕਰੋ। ਇਨਫਲੂਐਂਜ਼ਾ ਵਾਇਰਸ ਦੇ ਲਈ ਐਡਵਾਈਜ਼ਰੀ ਵੀ ਜਿਹੜੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਹੈ। ਉਸ ਵਿੱਚ ਵੀ ਬਹੁਤ ਧਿਆਨ ਦੇਣ ਵਾਲੀਆਂ ਗੱਲਾਂ ਜਿਹੜੀਆਂ ਨੇ ਰੱਖੀਆਂ ਗਈਆਂ ਨੇ। ਸੋ ਮੈਕਸਿਮਮ ਹੋ ਸਕਦਾ ਹੈ ਤੁਸੀਂ ਡਾਈਟ ਜਿਹੜੀ ਹੈ ਲਿਕੁਇਡ ਲਵੋ। ਸੋ H3N2 ਵਾਇਰਸ ਆਖਿਰਕਾਰ ਕਿੱਦਾਂ ਦਾ ਵਾਇਰਸ ਹੈ, ਕੀ ਕੁਝ ਸਾਵਧਾਨੀਆਂ ਹੋਣੀਆਂ ਚਾਹੀਦੀਆਂ ਨੇ, ਸਿੰਪਟਮਸ ਕੀ ਨੇ? ਸੋ ਸਾਡੇ ਐਕਸਪਰਟ ਵੀ ਸਾਡੇ ਨਾਲ ਜੁੜਨਗੇ। ਡਾਕਟਰ ਸੁਸ਼ੀਲ ਗੁਪਤਾ, ਪ੍ਰਿੰਸੀਪਲ ਕੰਸਲਟੈਂਟ ਡਿਪਾਰਟਮੈਂਟ ਆਫ ਚੈਸਟ ਮੈਡੀਸਨ। ਡਾਕਟਰ ਸਾਹਿਬ ਸਵਾਗਤ ਕਰਨਾ ਚਾਹਾਂਗੇ ਤੁਹਾਡਾ। ਨਮਸਕਾਰ ਜੀ ਡਾਕਟਰ ਸਾਹਿਬ ਪੁੱਛਣਾ ਚਾਹਾਂਗੇ ਆਖਿਰਕਾਰ ਇਹ H3 ਤੇ N2 ਵਾਇਰਸ ਹੈ ਕੀ, ਔਰ ਕੀ ਕੁਝ ਲੱਛਣ ਜਿਹੜੇ ਨੇ ਪਾਏ ਜਾਂਦੇ ਨੇ ਜੇਕਰ ਕੋਈ ਪ੍ਰਭਾਵਿਤ ਹੁੰਦਾ ਇਸ ਤੋਂ? ਦੇਖੋ, ਜਿਹੜਾ ਇਹ H3N2 ਹੈਗਾ, ਇਹ ਜਿਹੜਾ ਵਾਇਰਸ ਹੈਗਾ ਇਨਫਲੂਐਂਜ਼ਾ, ਇਹ ਜਿਹੜਾ ਕਈ ਤਰ੍ਹਾਂ ਦੇ ਵਾਇਰਸ ਹੁੰਦੇ ਆ ਦੇਖਿਆ ਰੀਸੈਂਟਲੀ ਜੀ। ਇਨਫਲੂਐਂਜ਼ਾ ਵਾਇਰਸ ਹੈ, ਕਈ ਤਰ੍ਹਾਂ ਦੇ ਵਾਇਰਸ ਜਿਹੜੇ ਆਪਣੀ ਚੈਸਟ, ਜ਼ੁਕਾਮ, ਇਹ ਸਾਰੀ ਚੀਜ਼ਾਂ ਨੱਕ ਵਗੈਰਾ ਨੂੰ ਇਨਫੈਕਟ, ਤੇ ਇਹਦੇ ਵਿੱਚ N2 ਹੈ ਇੱਕ ਵੈਰਾਈਟੀ ਇਹ ਵਾਇਰਸ ਦਾ ਕਿ ਇਹ ਇੱਕ ਆਪਣਾ ਦਾ ਭੈਣ ਭਰਾ ਹੈ, N1 ਹੁੰਦਾ ਹੈ। ਜਦੋਂ ਉਹ ਵਾਇਰਸ ਉਹ ਬਦਲ ਲੈਂਦਾ ਤਾਂ ਇਹ ਵੱਧ ਜਾਂਦਾ ਹੈ ਜੀ। ਤੇ ਇਹਦੇ ਇਹ ਕੁਝ ਖਤਰਨਾਕ ਨਹੀਂ ਹੈਗਾ। ਇਹ ਪੇਸ਼ੈਂਟ ਜਿਹੜਾ ਆਉਂਦਾ ਫਿਵਰ ਦੇ ਨਾਲ ਆਉਂਦਾ ਹੈ, ਤੇ ਨਾਲ ਪੇਸ਼ੈਂਟ ਨੂੰ ਖਾਂਸੀ ਹੁੰਦਾ, ਜ਼ਿਆਦਾ ਸਿਰ ਦਰਦ ਹੁੰਦਾ। ਪ੍ਰੈਕਟੀਕਲੀ ਜੇ ਆਪਾਂ ਗੱਲ ਕਰੀਏ ਤੇ ਇਹ ਪੇਸ਼ੈਂਟ ਨੂੰ ਕਰੋਨਾ ਤੇ ਇਹ H3N2 ਜਾਂ ਕੋਈ ਵੀ ਨਾਰਮਲ ਵਾਇਰਲ ਹੈਗਾ ਉਹ ਤੋਂ ਸੈਪਰੇਟ ਆਊਟ ਕਰਨਾ ਕਿ ਵੀ ਇਹ ਕਰੋਨਾ ਹੈ ਜਾਂ H3N2 ਹੈ ਜਾਂ ਸਵਾਈਨ ਫਲੂ ਹੈ ਬਹੁਤ ਔਖਾ ਹੈ। ਇਹ ਆਪਾਂ ਨੂੰ ਸਿਰਫ ਟੈਸਟ ਦੇ ਨਾਲ ਹੀ ਪਤਾ ਚੱਲ ਸਕਦਾ ਕਿ ਇਹਨੂੰ ਇਨਫਲੂਐਂਜ਼ਾ ਹੋਇਆ, H3N2 ਹੋਇਆ, ਸਵਾਈਨ ਫਲੂ ਹੋਇਆ ਜੀ। ਠੀਕ ਹੈ, ਤੇ ਬਟ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਖਤਰਨਾਕ ਨਹੀਂ ਹੈਗਾ ਹੋਵੇ। ਹਾਂ, ਸਾਡੇ ਕੋਲੇ ਐਡਮਿਟ ਹੋ ਰਹੇ ਨੇ ਸਾਰੇ ਪੇਸ਼ੈਂਟ, ਬਟ ਉਹਦੇ ਤੋਂ ਕੁਝ ਕਿਸੇ ਦਿਨਾਂ ਵੈਂਟੀਲੇਟ ਪਰ ਰੱਬ ਦੀ ਕਿਰਪਾ ਨਾਲ ਠੀਕ ਹੈ ਜੀ। ਡਾਕਟਰ ਸੁਸ਼ੀਲ, ਇਸ ਸਮੇਂ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ, ਤੁਹਾਡੇ ਕੋਲੋਂ ਕੁਝ ਰਾਏ ਲੈਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੇ ਸਵਾਲ ਕੀ ਹੈ ਤੁਹਾਡਾ? ਹਾਂਜੀ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਜਿਹੜੇ ਸਾਡਾ ਇਸ ਵੇਲੇ ਪ੍ਰੋਗਰਾਮ ਹੈ ਦੇਖ ਰਹੇ ਨੇ, ਤੁਸੀਂ ਫੋਨ ਨੰਬਰ ਜਿਹੜੇ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਫੋਨ ਕਰ ਸਕਦੇ ਹੋ। ਜੇਕਰ ਸਾਡੇ ਐਕਸਪਰਟ ਤੋਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਰਾਏ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਡਾਕਟਰ ਸੁਸ਼ੀਲ, ਇੱਕ ਵਾਰ ਫਿਰ ਤੋਂ ਤੁਹਾਡੇ ਕੋਲ ਆਵਾਂਗੇ। ਸੋ ਪੁੱਛਣਾ ਚਾਹਾਂਗੇ, ਇਹ ਜਿਹੜਾ ਵਾਇਰਸ ਹੈ ਕੋਵਿਡ ਤੋਂ ਕਿੰਨਾ ਵੱਖ ਹੈ, ਸਾਨੂੰ ਘਬਰਾਉਣ ਦੀ ਲੋੜ ਹੈ? ਇਹ ਵਾਇਰਸ ਕੋਵਿਡ ਇੱਕ ਤਾਂ ਇਹ ਉਨੀ ਜਲਦੀ ਕੋਵਿਡ ਫੈਲਿਆ ਸੀਗਾ, ਤਾਂ ਇਹ ਹੈ ਕਿ ਵੀ ਉਹਨਾਂ ਤੀਸਰੀ ਚੀਜ਼ ਇਹ ਹੈ ਕਿ ਵੀ ਜਿਹੜਾ ਵਾਇਰਲ ਹੁੰਦਾ ਹੈ ਨਾਲ ਹੁੰਦਾ ਸੀ ਮੋਸਟ ਐਂਜ਼ਾ ਟਾਈਪ ਦਾ ਹੀ, ਇਸ ਕਰਕੇ ਇਹਦੇ ਅੰਦਰ ਸਾਰਿਆਂ ਨੂੰ ਸਮਝੀ ਕਮਿਊਨਿਟੀ ਡਿਵੈਲਪ, ਜਿਹਦੇ ਕਰਕੇ ਬਹੁਤ ਜ਼ਿਆਦਾ ਨਹੀਂ ਲਿੱਤਾ ਇਹਨੇ, ਉਹ ਬਿਮਾਰ ਨਹੀਂ ਹੋਏ ਤੇ ਬਹੁਤ ਜ਼ਿਆਦਾ ਸੀਰੀਅਸ ਨਹੀਂ। ਜਦ ਕਿ ਆਪਾਂ ਜੇ ਕੋਵਿਡ ਜਦੋਂ ਸ਼ੁਰੂ ਹੋਇਆ ਕਮਿਊਨਿਟੀ ਨਹੀਂ ਸੀ, ਕੋਈ ਸੀਗੀ ਤੇ ਬਹੁਤ ਜ਼ਿਆਦਾ ਲੋਕੀ ਬਿਮਾਰ ਹੋਏ, ਸੀਰੀਅਸ ਹੋਏ ਤੇ ਬਹੁਤ ਜ਼ਿਆਦਾ, ਪਰ ਅੱਜ ਦੀ ਡੇਟ 'ਚ ਜਿਹੜਾ ਹੈ ਬਹੁਤ ਜ਼ਿਆਦਾ ਕਿਉਂਕਿ ਵੈਕਸੀਨੇਸ਼ਨ ਇਨਫੈਕਸ਼ਨ ਹੋਣ ਦੇ ਨਾਲ ਇਮਿਊਨਿਟੀ, ਇਸ ਕਰਕੇ ਉਹ ਅੱਜ ਜ਼ਿਆਦਾ ਸੀਰੀਅਸ ਨਹੀਂ ਰਹੇ। ਸੋ ਇਸ ਤਰ੍ਹਾਂ ਹੀ ਜ਼ਿਆਦਾ ਸੀਰੀਅਸ ਨਹੀਂ ਬਿਮਾਰੀ ਬਹੁਤ ਜ਼ਿਆਦਾ, ਬਟ ਹਾਂ ਆਪਾਂ ਨੂੰ ਚੀਜ਼ ਤੋਂ ਕਿ ਵੀ ਆਪਾਂ ਰਹੀਏ ਤੇ ਇਹ ਇਨਫਲੂਐਂਜ਼ਾ, ਕਿਉਂਕਿ ਇਹ ਜਿਹੜੇ ਛੋਟੇ ਬੰਦਿਆਂ ਦੇ ਵਿੱਚ ਦੀ ਇਮਿਊਨਿਟੀ ਘੱਟ ਵੀ ਹੋ ਸਕਦੀ ਜੀ। ਡਾਕਟਰ ਕਾਲਰ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ, ਸੁਰਿੰਦਰ ਕੌਰ ਇਸ ਸਮੇਂ ਸਾਡੇ ਨਾਲ ਗੱਲ ਕਰਨਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਸਾਨੂੰ ਨੀਂਦ ਨਹੀਂ ਆਉਂਦੀ ਜੀ ਰਾਤ ਨੂੰ, ਜੀ ਸਾਰੀ ਰਾਤ ਕਿਵੇਂ ਲੰਘ ਜਾਂਦੀ ਜੀ। ਹਾਂਜੀ, ਨਹੀਂ, ਇਸ ਵਾਇਰਸ ਨੂੰ ਲੈ ਕੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਜਿਹੜਾ ਫਲੂ ਚੱਲ ਰਿਹਾ ਹੈ ਅੱਜ ਕੱਲ, ਜਿਹੜਾ ਬੁਖਾਰ? ਇਹਦਾ ਨਹੀਂ ਪੁੱਛਣਾ ਚਾਹੁੰਦੀ, ਨੀਂਦ ਦਾ ਦੱਸਿਆ ਨਾ, ਨੀਂਦ ਵੀ ਆਉਣੀ ਚਾਹੀਦੀ ਹੈ।
ਉਮਰ ਕਿੰਨੀ ਹੈ ਤੁਹਾਡੀ? ਉਮਰ 65 ਸਾਲ 65। ਜੀ, ਸ਼ੁਕਰੀਆ। ਸੋ ਇੱਕ ਹੋਰ ਕਾਲਰ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ ਤੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? मैं मैडम सुरजीत कुमार मोरवाल बोल रहा अहमदगढ़ से जी। ਹਾਂਜੀ मैं केमिस्ट शॉप चलाने जी फिलहाल ਜੀ मैं तो ये कहना कि ਜਿਹੜੇ ਆਮ ਜਨਰਲ ਪੇਸ਼ੈਂਟ ਨੇ ਮੈਂ ਡਾਕਟਰ ਤੋਂ ਸਲਾਹ ਲੈਣਾ ਚਾਹੁੰਦਾ ਵੀ ਉਹਨਾਂ ਦੀ ਅਸੀਂ ਕੀ ਨਿਸ਼ਾਨੀਆਂ ਨੂੰ ਦੇਖ ਕੇ ਸਮਝੀਏ ਕਿ ਇਹਨੂੰ H1 ਤੋਂ ਪ੍ਰੋਬਲਮ ਹੈ H3N2 ਦੇ ਬਾਰੇ ਵਿੱਚ ਤੁਸੀਂ ਆਪਣਾ ਸਵਾਲ ਇੱਕ ਵਾਰੀ ਫਿਰ ਤੋਂ ਰਿਪੀਟ ਕਰੋਗੇ? ਤੁਹਾਡੀ ਆਵਾਜ਼ ਜਿਹੜੀ ਹੈ ਸਹੀ ਨਹੀਂ ਆ ਰਹੀ। ਮੈਡਮ ਜੀ ਮੈਂ ਇਹ ਪੁੱਛਦਾ ਸੀਗਾ H3N2 ਵਾਇਰਸ ਦੇ ਬਾਰੇ ਆਮ ਲੋਕਾਂ ਦੇ ਵਿੱਚੋਂ ਅਸੀਂ ਕਿਹੜੇ ਇਹ ਸੋਚ ਕੇ ਚੱਲੀਏ ਵੀ ਕਿਹੜੇ ਲੱਛਣਾਂ ਤੋਂ ਅਸੀਂ ਮੰਨ ਸਕਦੇ ਹਾਂ ਵੀ ਇਹਨੂੰ ਇਹ ਪ੍ਰੋਬਲਮ ਹੈਗੀ ਆ, ਜਾਂ ਡਾਕਟਰ ਸਾਹਿਬ ਤੋਂ ਸਲਾਹ ਲੈਣਾ ਚਾਹੁੰਦਾ ਜੀ ਹਾਂਜੀ। ਜੀ ਸ਼ੁਕਰੀਆ ਸੁਰਜੀਤ ਜੀ, ਗੱਲਬਾਤ ਕਰਨ ਦੇ ਲਈ ਜ਼ਰੂਰ ਐਕਸਪਰਟ ਕੋਲੋਂ ਪੁੱਛਾਂਗੇ। ਸੋ ਡਾਕਟਰ ਸੁਸ਼ੀਲ, ਪੁੱਛਣਾ ਚਾਹਾਂਗੀ ਤੁਹਾਡੇ ਕੋਲੋਂ, ਕਾਲਰ ਜਿਹੜੇ ਜੁੜੇ ਸੀ ਉਹਨਾਂ ਦਾ ਕਹਿਣਾ ਹੈ ਕਿ ਕਈਆਂ ਨੂੰ ਨੀਂਦ ਨਹੀਂ ਆਉਂਦੀ ਤੇ ਕਿੱਦਾਂ ਲੋਕਾਂ ਨੂੰ ਪਤਾ ਲੱਗੇਗਾ ਕਿ H3 ਤੇ N2 ਵਾਇਰਸ ਦੇ ਨਾਲ ਉਹ ਪ੍ਰਭਾਵਿਤ ਨੇ? ਬੇਸਿਕਲੀ ਕੀ ਹੈ, ਜਿਹਨੂੰ H3N ਉਹਨੂੰ ਬੁਖਾਰ ਦੀ ਜ਼ੁਕਾਮ ਹੁੰਦਾ ਹੈ ਜੀ ਅਸੀਂ ਖਾ ਰਹੇ ਲੋਕਾਂ ਨੂੰ ਬੁਖਾਰ ਜਿਹੜਾ 1 ਜਾਂ 2 ਦਿਨ ਹੁੰਦਾ, ਲੰਬੇ ਸਮੇਂ ਤੱਕ ਚੱਲ ਖਾਂਸੀ ਚੱਲਦੀ ਰਹਿੰਦੀ तो करना गया पर हाँ ये बाकी वायरस से भी बचना गया इस करके नो सब्जेक्ट करना बहुत अच्छा है पर जब भी किसी को टैंप लगता है तो अपना टेस्ट करवाओ कोरोना के टाइम पे नंबर से चले तो सैंपल लिया जाता है किसी वजह से सैंपल लिया जाता है तो ये इन्फ्लुएंजा का टेस्ट होंगे तो वो आपको पता चलता है कि भी ये इन्फ्लुएंजा है या नहीं जी। ਡਾਕਟਰ ਪੁੱਛਣਾ ਚਾਹਾਂਗੀ ਕਿੰਨੇ ਦਿਨ ਤੱਕ ਜਿਹੜਾ ਵਾਇਰਸ ਸਰੀਰ ਦੇ ਵਿੱਚ ਰਹਿੰਦਾ ਹੈ? ਇਹ ਲਗਭਗ 5 ਦਿਨ ਲੱਗਦਾ ਹੈ, 5 ਤੋਂ 7 ਦਿਨ ਲੱਗਦੇ ਹੈ ਜੇ ਬਾਕੀ ਜਿਹੜਾ ਬੰਦਾ ਇਨਫੈਕਸ਼ਨ ਨਹੀਂ ਕਰਦਾ। ਪਰ ਜਿਹੜਾ ਇਹਦਾ ਜਿਹਨੂੰ ਕੈਂਸਰ ਦੀ ਇਨਫੈਕਸ਼ਨ ਹੁੰਦੀ ਹੈ ਇਹਨੂੰ 2 ਤੋਂ 3 ਹਫ਼ਤੇ ਦੀ ਲੱਗਦੀ ਹੈ, ਪਰ ਜਿਹੜਾ ਉਹ ਇਨਫੈਕਸ਼ਨ ਕਿਤੇ ਹੋਰ ਨੂੰ ਜਾਂਦੀ ਹੈ ਉਹ 5 ਦਿਨ ਦੇ ਠੀਕ ਆ ਜਾਂਦੀ ਹੈ, 6 ਤੋਂ 7 ਦਿਨ ਉਹ ਇਨਫੈਕਸ਼ਨ ਰਹਿੰਦਾ ਹੈ। ਇਸ ਤੋਂ ਬਾਅਦ ਉਹ ਕਿਸੇ ਹੋਰ ਨੂੰ ਇਨਫੈਕਸ਼ਨ ਨਹੀਂ ਕਰਦਾ ਜੀ। ਸੋ ਇਹਨੂੰ ਅਸੀਂ ਇੱਕ ਤਰ੍ਹਾਂ ਦਾ ਫਲੂ ਕਹਿ ਸਕਦੇ ਹਾਂ ਕਿਉਂਕਿ ਮੌਸਮੀ ਬੁਖਾਰ ਹਰ ਸਾਲ ਆਉਂਦੇ ਨੇ, ਸੋ ਇਹਨੂੰ ਅਸੀਂ ਮੌਸਮੀ ਫਲੂ ਵੀ ਕਹਿ ਸਕਦੇ ਹਾਂ। ਸੋ ਇਨਫਲੂਐਂਜ਼ਾ ਵਾਇਰਸ ਦੇ ਲਈ ਐਡਵਾਈਜ਼ਰੀ ਵੀ ਜਿਹੜੀ ਜਾਰੀ ਕੀਤੀ ਗਈ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ। ਹੱਥਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋਵੋ, ਹੈਂਡ ਜੈਲ ਦੀ ਵਰਤੋਂ ਜ਼ਰੂਰ ਕਰੋ। ਸੋ ਆਪਣੀਆਂ ਅੱਖਾਂ ਤੇ ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚੋ, ਟੱਚ ਨਾ ਕਰੋ ਬਾਰ-ਬਾਰ। ਸੋ ਜਿਹੜੇ ਕੀਟਾਣੂ ਨੇ ਜੇਕਰ ਤੁਹਾਡੇ ਮੂੰਹ ਤੇ ਲੱਗਣਗੇ ਜਾਂ ਅੱਖਾਂ ਰਾਹੀਂ ਤੁਹਾਡੀ ਬਾਡੀ ਦੇ ਵਿੱਚ ਐਂਟਰ ਕਰਦੇ ਨੇ ਤਾਂ ਤੁਸੀਂ ਇਸ ਵਾਇਰਸ ਦਾ ਸ਼ਿਕਾਰ ਹੋ ਸਕਦੇ ਹੋ। ਮੈਕਸਿਮਮ ਤੁਸੀਂ ਇਨਟੇਕ ਕਰੋ ਲਿਕੁਇਡ ਡਾਈਟ ਦਾ। ਸੋ ਖੰਘ ਹੋਣਾ, ਗਲਾ ਦੁਖਣਾ, ਨੱਕ ਵਗਣਾ, ਇਹ ਸਾਰੇ ਸਿੰਪਟਮਸ ਨੇ। ਸਾਹ ਦੇ ਵਿੱਚ ਮੁਸ਼ਕਿਲ ਆਉਂਦੀ ਹੈ, ਸਰੀਰ ਦਰਦ ਕਰਦਾ ਹੈ, ਸਿਰ ਦਰਦ ਵੀ ਹੁੰਦੀ ਹੈ। ਸੋ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਸਿੰਪਟਮਸ ਲੱਗਦੇ ਨੇ, ਠੰਡ ਵੀ ਲੱਗਦੀ ਹੈ, ਦਸਤ ਲੱਗਦੇ ਨੇ, ਉਲਟੀਆਂ ਆਉਣ ਦੀ ਸ਼ਿਕਾਇਤ ਹੁੰਦੀ ਹੈ, ਸੋ ਤੁਸੀਂ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੋ। ਅੱਗੇ ਜਾ ਕੇ ਭਿਆਨਕ ਹੋ ਸਕਦਾ ਹੈ ਜੇਕਰ ਤੁਸੀਂ ਸਮੇਂ ਸਿਰ ਡਾਕਟਰ ਤੇ ਕੋਲ ਨਹੀਂ ਜਾਂਦੇ। ਡਾਕਟਰ ਸੁਸ਼ੀਲ ਗੁਪਤਾ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਡਾਕਟਰ ਪੁੱਛਣਾ ਚਾਹਾਂਗੀ ਕਿ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਕੋਵਿਡ ਦੇ ਜਿਹੜੇ ਅਸੀਂ ਹਾਲਾਤ ਦੇਖੇ, ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ। ਸੋ ਇਸ ਵਾਇਰਸ ਦੇ ਕੇਸਾਂ ਦੇ ਵਿੱਚ ਕੀ ਆਕਸੀਜਨ ਦੀ ਜ਼ਰੂਰਤ ਪਵੇਗੀ ਜਾਂ ਵਿਅਕਤੀ 7 ਦਿਨਾਂ ਦੇ ਵਿੱਚ ਠੀਕ ਹੋ ਜਾਏਗਾ? ਸੋ ਇਸ ਸਮੇਂ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮਾਸਕ ਪਾਓ, ਭੀੜ ਵਾਲੀਆਂ ਥਾਵਾਂ ਤੋਂ ਬਚੋ, ਉੱਥੇ ਨਾ ਜਾਓ। ਸੋ ਜਿੰਨਾ ਹੋ ਸਕੇ ਲਿਕੁਇਡ ਡਾਈਟ ਤੁਸੀਂ ਇਨਟੇਕ ਕਰੋ।
ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਤੁਹਾਡੇ ਖਾਣੇ 'ਚ ਹੋਣੀਆਂ ਚਾਹੀਦੀਆਂ ਨੇ। ਖੰਘ ਹੋਣਾ, ਗਲਾ ਦੁਖਣਾ, ਨੱਕ ਵਗਣਾ, ਇਹ ਸਾਰੇ ਸਿੰਪਟਮਸ ਨੇ। ਸੋ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਨੇ। ਸਾਹ ਲੈਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ, ਸਰੀਰ ਦਰਦ ਹੁੰਦਾ ਹੈ, ਸਿਰ ਦਰਦ ਵੀ ਹੁੰਦਾ ਹੈ, ਸੋ ਉਲਟੀਆਂ ਵੀ ਆਉਂਦੀਆਂ ਨੇ ਕਈ ਕੇਸਿਸ ਦੇ ਵਿੱਚ। ਜੇਕਰ ਤੁਹਾਨੂੰ ਇਹ ਸਿੰਪਟਮਸ ਦਿਖਾਈ ਦੇ ਰਹੇ ਨੇ ਤੁਹਾਡੀ ਬਾਡੀ ਦੇ ਵਿੱਚ, ਤੁਸੀਂ ਡਾਕਟਰ ਦੇ ਨਾਲ ਡਾਇਰੈਕਟ ਜਲਦੀ ਤੋਂ ਜਲਦੀ ਰਾਬਤਾ ਕਾਇਮ ਕਰੋ। ਜੇਕਰ ਰਾਬਤਾ ਕਾਇਮ ਨਹੀਂ ਕਰਦੇ ਤਾਂ ਹੋ ਸਕਦਾ ਹੈ ਅੱਗੇ ਜਾ ਕੇ ਤੁਹਾਡੇ ਲਈ ਥੋੜੀ ਪਰੇਸ਼ਾਨੀ ਜ਼ਰੂਰ ਆਵੇਗੀ। ਸੋ ਚੰਗੀ ਸਿਹਤ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਡਾਕਟਰ ਦੇ ਨਾਲ ਕੰਸਲਟ ਕਰੋ। ਡਾਕਟਰ ਸੁਸ਼ੀਲ ਗੁਪਤਾ ਸਾਡੇ ਨਾਲ ਇਸ ਸਮੇਂ ਮੌਜੂਦ ਨੇ। ਡਾਕਟਰ ਸੁਸ਼ੀਲ, ਮੇਰਾ ਸਵਾਲ ਸੀ ਕਿ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਕੋਵਿਡ ਦੇ ਦੌਰ ਦੇ ਵਿੱਚ ਦੇਖਿਆ ਸੀ ਮੈਕਸਿਮਮ ਆਕਸੀਜਨ ਦੀ ਕਮੀ ਸੀ, ਕਈ ਲੋਕਾਂ ਨੂੰ ਸਾਹ ਦੀ ਬੜੀ ਪ੍ਰੋਬਲਮ ਆਉਂਦੀ ਸੀ, ਕਿ ਇਸ ਕੇਸਿਸ ਦੇ ਵਿੱਚ ਚਾਹੀਦੀ ਹੈ? ਨਹੀਂ, ਇਹਦੇ ਵਿੱਚ ਲੇਕਿਨ ਬਹੁਤ ਜ਼ਿਆਦਾ ਨਮੂਨੀਆ ਹੁੰਦੀ, ਜਿਨ੍ਹਾਂ ਦੀ ਮੇਰੇ ਤੇ ਬਹੁਤ ਜ਼ਿਆਦਾ ਵੀਕ ਹੈ ਤੇ ਨਮੂਨੀਆ ਬਹੁਤ ਜ਼ਿਆਦਾ ਹੋ ਜਾਂਦਾ ਲੋਕਾਂ ਨੂੰ, ਉਹਨਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ। ਪਰ ਉਹ ਨੰਬਰ ਆਫ ਪੇਸ਼ੈਂਟ ਜਿਹੜੇ ਹੈਗੇ ਆ ਬਹੁਤ ਘੱਟ ਨੇ ਕਰੋਨਾ ਦੇ ਮੁਕਾਬਲੇ ਜੀ। ਕਿ ਜਿਹੜੇ ਹੈਗੇ ਆ ਘਰੇ ਹੀ ਠੀਕ ਹੋ ਗਏ ਨੇ। ਨਾਰਮਲ ਆਪਣੀ ਜਿਹੜੀ ਹੈਗੀ ਆ ਦੋਨੋਂ ਦੀ ਹੋਣੀ ਪੈਰਾਸਟਾਮੋਲ ਲੈ ਲੈਣ, ਲਿਕਵਿਡ ਜ਼ਿਆਦਾ ਤੋਂ ਜ਼ਿਆਦਾ ਲੈਣ, ਜਾਂ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਉਹਦਾ ਲੈਣ। ਇਹਦੇ ਵਿੱਚ ਐਂਟੀਬਾਇਓਟਿਕ ਦੀ ਵੀ ਲੋੜ ਨਹੀਂ ਹੈ। ਬਹੁਤ ਲੋਕ ਜਿਹੜੇ ਐਂਟੀਬਾਇਓਟਿਕ ਲੈ ਰਹੇ ਉਹਦੀ ਵੀ ਲੋੜ ਨਹੀਂ ਹੈਗੀ। ਸਿੰਪਲ ਆਪਣਾ ਧਿਆਨ ਰੱਖਣ, ਪੈਰਾਸੀਟਾਮੋਲ, ਲਿਕਵਿਡ ਵਗੈਰਾ ਲੈਣ, ਉਹਦੇ ਨਾਲ ਵੀ ਘਰੇ ਠੀਕ ਹੋ ਰਹੇ। ਜੇ ਕਿਸੇ ਨੂੰ ਜ਼ਿਆਦਾ ਦਿੱਕਤ ਹੁੰਦੀ ਤਾਂ ਉਹ ਆਪਣੇ ਡਾਕਟਰ ਨਾਲ ਸੰਪਰਕ ਕਰੇ, ਤੇ ਜੇ ਜ਼ਿਆਦਾ ਸਾਹ ਚੜਦਾ ਫਿਰ ਆਪਣੀ ਆਕਸੀਜਨ ਦੇਖਣ। ਜੇ ਆਕਸੀਜਨ ਕਦੇ ਫਿਰ ਆਕਸੀਜਨ ਦੀ ਲੋੜ ਪਵੇ ਜੀ। ਹਾਂ, ਆਮ ਜਨਤਾ ਨੂੰ, ਆਮ ਲੋਕਾਂ ਨੂੰ, ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੈ। ਇਸ ਦੇ ਲਈ ਕੋਈ ਵੈਕਸੀਨੇਸ਼ਨ ਵੀ ਬਣਾਈ ਗਈ ਹੈ? ਇਸ ਦੀ ਇਨਫਲੂਐਂਜ਼ਾ ਦੀ ਵੈਕਸੀਨੇਸ਼ਨ ਕਈ ਸਾਲਾਂ ਤੋਂ ਚੱਲ ਰਹੀ ਹੈ, ਜਿਹੜੀ ਕਿ ਜਨਰਲੀ ਜਿਹੜੀ ਹੈਗੀ ਹਰ ਸਾਲ ਲੱਗਦੀ ਹੈਗੀ ਹੈ। ਅਗਸਤ ਦੇ ਵਿੱਚ ਆ ਜਾਂਦੀ ਹੈ, ਜੁਲਾਈ ਤੱਕ ਆ ਜਾਂਦੀ ਹੈ ਤੇ ਮਾਰਚ ਤੱਕ ਲੱਗਦੀ ਹੈ। ਮਾਰਚ ਤੋਂ ਬਾਅਦ ਇਹਦਾ ਇੱਕ ਨਵਾਂ ਸਟੇਜ ਆਉਂਦਾ, ਉਹਦਾ ਅਲੱਗ ਵੈਕਸੀਨੇਸ਼ਨ ਹੁੰਦੀ ਹੈ, ਜਿਹੜੀ ਕਿ ਫਿਰ ਉਹ ਅਗਸਤ ਸਤੰਬਰ ਤੱਕ ਕੰਮ ਕਰਦੀ ਹੈ। ਜੀ। ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਐਂਟੀਬਾਇਓਟਿਕ ਦੀ ਵਰਤੋਂ ਨਾ ਕਰੋ, ਇਸ ਬਾਰੇ ਪੁੱਛਣਾ ਚਾਹਾਂਗੇ। ਕਿਉਂਕਿ ਜਿਹੜੇ ਆਪਣੇ ਐਂਟੀਬਾਇਓਟਿਕ ਹੈਗੇ ਉਹ ਬੈਕਟੀਰੀਅਲ ਇਨਫੈਕਸ਼ਨ ਦੇ ਕੰਮ ਕਰਦੇ ਹੈ, ਉਹ ਵਾਇਰਸ ਦੇ ਅਗੇਂਸਟ ਕੰਮ ਨਹੀਂ ਕਰਦੇ ਹੈ। ਪਰ ਜਿਹੜੀ ਇਹ H3N2 ਹੈਗੀ ਹੈ ਜਾਂ ਇਨਫਲੂਐਂਜ਼ਾ ਹੈਗਾ, ਇੱਕ ਵਾਇਰਲ ਇਨਫੈਕਸ਼ਨ ਹੈ। ਇਹਦੇ ਲਈ ਜਿਹੜੀ ਐਂਟੀਬਾਇਓਟਿਕ ਜਿਵੇਂ ਜ਼ਿਆਦਾਤਰ ਲੋਕੀ ਕੋਈ ਅਮੋਕਸਿਸਿਲਿਨ ਖਾ ਲੈਂਦਾ ਹੈ, ਐਜ਼ਿਥਰੋਮਾਈਸਿਨ ਖਾ ਲੈਂਦੇ ਹੈ, ਓਫਲੋਕਸਾਸਿਨ, ਲਿਵੋਫਲੋਕਸਾਸਿਨ, ਏਦਾਂ ਕਈ ਤਰ੍ਹਾਂ ਦੀ ਐਂਟੀਬਾਇਓਟਿਕਾਂ ਦੀ ਲੋਕ ਲੈ ਲੈਂਦੇ ਆ। ਕਈ ਕੈਮਿਸਟਾਂ ਤੋਂ ਲੈ ਲੈਂਦੇ ਆ, ਘਰੇ ਆਪਣੇ ਪਈਆਂ ਹੁੰਦੀਆਂ ਉਸ ਤੋਂ ਲੈ ਲੈਂਦੇ ਹੈ। ਸੋ ਅਸੀਂ ਇਹੀ ਸਲਾਹ ਦਿਆਂਗੇ ਸਾਰਿਆਂ ਨੂੰ, ਜਦੋਂ ਵੀ ਕੋਈ ਏਦਾਂ ਦੀ ਪ੍ਰੋਬਲਮ ਹੋਵੇ, ਕਿਉਂਕਿ ਅੱਜ ਕੱਲ੍ਹ ਇਨਫਲੂਐਂਜ਼ਾ ਜ਼ਿਆਦਾ ਹੈ, ਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਐਂਟੀਬਾਇਓਟਿਕ ਨਾ ਲਓ, ਆਪਣੇ ਆਪ ਕੋਈ ਵੀ ਐਂਟੀਬਾਇਓਟਿਕ ਨਾ ਲਓ, ਤਾਂ ਕਿ ਇਹਦਾ ਅਸਰ ਖਤਮ ਨਾ ਹੋਵੇ, ਤਾਂ ਕਿ ਕੱਲ੍ਹ ਨੂੰ ਜਦੋਂ ਕਿਸੇ ਐਂਟੀਬਾਇਓਟਿਕ ਦੀ ਲੋੜ ਪਈ ਤੇ ਐਂਟੀਬਾਇਓਟਿਕ ਨੇ ਅਸਰ ਨਹੀਂ ਕਰਨਾ। ਹੁਣ ਵੀ ਨਹੀਂ ਫਾਇਦਾ ਕਰਨਾ ਤੇ ਕੱਲ੍ਹ ਨੂੰ ਜਦੋਂ ਲੋੜ ਪਈ ਉਦੋਂ ਵੀ ਨਹੀਂ ਇਹਨੇ ਕੰਮ ਕਰਨਾ। ਸੋ ਇਸ ਕਰਕੇ ਅਨਨੈਸੈਸਰੀ ਐਂਟੀਬਾਇਓਟਿਕ ਆਪਣੀਆਂ ਨਾ ਲਓ। ਕੇਸਿਸ ਡਾਕਟਰ ਬਹੁਤ ਵੱਧ ਰਹੇ ਨੇ ਲਗਾਤਾਰ, 450 ਤੋਂ ਵੱਧ ਕੇਸਿਸ ਸਾਹਮਣੇ ਆ ਚੁੱਕੇ ਨੇ ਤੇ ਕਹਿੰਦੇ ਨੇ ਕਿ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਕਰਨਾਟਕ ਤੇ ਹਰਿਆਣਾ ਦੇ ਵਿੱਚ। ਸੋ ਕਿੰਨਾ ਕੁ ਧਿਆਨ ਰੱਖੀਏ ਔਰ ਕੀ ਕੁਝ ਸਾਵਧਾਨੀਆਂ ਜਿਹੜੇ ਨੇ ਘਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਕੀ ਕੁਝ ਅਪਣਾ ਸਕਦੇ ਨੇ, ਇਸ ਬਾਬਤ ਥੋੜਾ ਜਿਹਾ ਜਾਨਣਾ ਪਾਓ। ਦੇਖੋ, ਇਹਦੇ ਵਿੱਚ ਮੇਰਾ ਕਹਿਣਾ ਹੈ ਕਿ ਜੇ ਕਿਸੇ ਨੂੰ ਖਾਂਸੀ, ਜ਼ੁਕਾਮ, ਗਲਾ ਖਰਾਬ ਹੈਗਾ, ਬੁਖਾਰ ਹੈਗਾ, ਤਾਂ ਆਪਣੇ ਕਿਸੇ ਆਈਸੋਲੇਸ਼ਨ 'ਚ ਰਹਿਣ, ਕਿਸੇ ਦੇ ਕੰਟੈਕਟ 'ਚ ਨਾ ਜਾਣ, ਜਾਂ ਆਪਾਂ ਜਿਹੜੇ ਬੰਦੇ ਠੀਕ ਹੈਗੇ ਕਿਸੇ ਦਾ ਖਾਂਸੀ, ਜ਼ੁਕਾਮ, ਗਲਾ ਖਰਾਬ ਉਹਦੇ ਕੋਲੇ ਨਾ ਜਾਓ ਜੀ। ਮਾਸਕ ਪਹਿਨ ਕੇ ਰੱਖੋ, ਜ਼ਿਆਦਾ ਭੀੜ ਵਾਲੇ ਇਲਾਕੇ 'ਚ ਨਾ ਜਾਓ। ਜਿਵੇਂ ਕਰੋਨਾ ਵੇਲੇ ਆਪਾਂ ਕਹਿੰਦੇ ਸੀ ਹੱਥ ਧੋ, ਉਹਦਾ ਫ੍ਰੀਕੁਐਂਟਲੀ ਹੱਥ ਧੋ। ਤੇ ਆਪਣੀ ਜਿਹੜੀ ਹੈਗੀ ਹੈ ਕੋਈ ਤਬੀਅਤ ਖਰਾਬ ਹੁੰਦੀ ਹੈ, ਕੋਈ ਦਿੱਕਤ ਲੱਗਦੀ ਹੈ, ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਤੇ ਆਪਣਾ ਟੈਸਟ ਕਰਵਾ ਕੇ ਆਪਾਂ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਸਾਰੇ ਧਿਆਨ ਰੱਖਿਆ ਜਾਵੇ, ਤਾਂ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚੇ ਰਹੀਏ। ਮੈਨੂੰ ਆਈਸੋਲੇਸ਼ਨ ਰੱਖਿਆ ਜਾਵੇ, ਫਾਸਲਾ ਰੱਖਿਆ ਜਾਵੇ, ਮਾਸਕ ਲਗਾਇਆ ਜਾਵੇ, ਭੀੜ ਵਾਲੇ ਇਲਾਕੇ ਤੋਂ ਬਚਿਆ ਤੇ ਹੱਥ ਬਾਰ-ਬਾਰ ਧੋਤੇ ਜਾਣ। ਜੀ ਡਾਕਟਰ, ਜਾਨਣਾ ਚਾਹਾਂਗੇ ਆਖਿਰਕਾਰ ਕੋਵਿਡ ਦੇ ਵੇਲੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਜ਼ਿਆਦਾ ਖਤਰਾ ਸੀ, ਸੋ ਕਿਹੜਾ ਏਜ ਗਰੁੱਪ ਹੈ ਜਿਹਨੂੰ ਇਸ ਵਾਇਰਸ ਤੋਂ ਜ਼ਿਆਦਾ ਖਤਰਾ ਹੈ? ਜਨਰਲੀ ਇਹਦੇ ਵਿੱਚ ਕਿਹਾ ਜਾਂਦਾ 15 ਸਾਲ ਤੋਂ ਘੱਟ ਬੱਚੇ ਤੇ ਉਧਰੋਂ 60 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗ ਜਿਹੜੇ ਹੈਗੇ ਆ ਜੀ। ਇਸ ਤੋਂ ਇਲਾਵਾ ਜਿੰਨਾ ਵੀ ਮਨੁੱਖ ਜੀਵ ਹੈ, ਚਾਹੇ ਕਿਸੇ ਨੂੰ ਕੈਂਸਰ ਦਾ ਟ੍ਰੀਟਮੈਂਟ ਚੱਲਦਾ ਹੈ, ਕੋਈ ਕਿਸੇ ਬਿਮਾਰੀ ਕਰਕੇ ਲੰਬੇ ਸਮੇਂ ਤੋਂ ਸਟੀਰੋਇਡ ਲੈ ਰਿਹਾ, ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹ ਵੀ ਆਪਣਾ ਥੋੜਾ ਜਿਹਾ ਧਿਆਨ ਰੱਖੇ ਜੀ। ਡਾਈਟ ਕਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਗਰਮੀ ਦਾ ਮੌਸਮ ਹੈ, ਲੋਕਾਂ ਨੇ ਠੰਡੇ ਪਾਣੀ ਦਾ ਇਸਤੇਮਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ, ਫ੍ਰਿਜ 'ਚ ਰੱਖੀਆਂ ਚੀਜ਼ਾਂ ਵੀ ਖਾਂਦੇ ਨੇ, ਸੋ ਫਰੂਟ ਵੀ ਕਈ ਵਾਰੀ ਠੰਡੇ ਹੁੰਦੇ ਨੇ। ਕਿਹੜੀ ਡਾਈਟ ਸ਼ਾਮਿਲ ਕੀਤੀ ਜਾਵੇ ਤੇ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕੀਤਾ ਜਾਵੇ ਉਸ ਬਾਰੇ? ਡਾਈਟ ਜਿਹੜੀ ਹੈ ਆਪਣੀ ਨਾਰਮਲ ਹੈਲਦੀ ਡਾਈਟ ਲੈਣੀ ਚਾਹੀਦੀ ਹੈ।
ਉਹਦੇ ਵਿੱਚ ਏਦਾਂ ਕੋਈ ਖਾਸ ਡਾਈਟ ਨਹੀਂ ਹੈਗੀ ਕਿ ਜੇ ਜ਼ਿਆਦਾ ਡਾਈਟ ਲਵਾਂਗੇ ਤਾਂ ਆਪਾਂ ਤੱਕ ਲਵਾਂਗੇ ਜਾਂ ਉਹਦੇ ਨਾਲ ਤਬੀਅਤ ਖਰਾਬ ਹੁੰਦੀ ਹੈ। ਨਾਰਮਲ ਬੈਲੈਂਸ ਡਾਈਟ ਜਿਹੜੀ ਹੈਗੀ ਹੈ ਹੈਲਥੀ ਡਾਈਟ ਕੀਤੀ ਜਾਵੇ। ਤੇ ਜੇ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਕਿਸੇ ਨੂੰ ਫੀਵਰ ਹੁੰਦਾ ਹੈ, ਗਲਾ ਖਰਾਬ ਹੁੰਦਾ, ਤਾਂ ਲਿਕੁਇਡ ਜਿਹੜੇ ਹੈਗੇ ਉਹ ਟੈਂਸ਼ਨ ਜ਼ਿਆਦਾ ਹੈ। ਲਿਕੁਇਡ ਚਾਹੇ ਉਹ ਪਾਣੀ ਹੋਵੇ, ਚਾਹ ਹੋਵੇ, ਕੌਫੀ ਹੋਵੇ, ਜੂਸ, ਸੂਪ, ਕੁਛ ਵੀ ਹੈ, ਜ਼ਿਆਦਾਤਰ ਉੱਪਰ ਗਰਮ ਚੀਜ਼ਾਂ ਲਿੱਤੀਆਂ ਹਨ, ਠੰਡੀਆਂ ਚੀਜ਼ਾਂ ਘੱਟ ਲਿੱਤੀਆਂ ਹਨ ਤਾਂ ਕਿ ਉਹਨਾਂ ਗਲਾ ਜ਼ਿਆਦਾ ਖਰਾਬ। ਜੀ ਤੇ ਡਾਕਟਰ, ਜੇਕਰ ਜੰਮਦੇ ਬੱਚੇ ਤੇ 10 ਸਾਲ ਦੇ ਬੱਚਿਆਂ ਦੇ ਵਿੱਚ ਇਹ ਸਿੰਪਟਮ ਪਾਏ ਜਾਂਦੇ ਨੇ ਤਾਂ ਉਹਨਾਂ ਦੀ ਘਰ ਦੇ ਵਿੱਚ ਕਿੱਦਾਂ ਕੇਅਰ ਕੀਤੀ ਜਾ ਸਕਦੀ ਹੈ? ਉਹਨਾਂ ਨੂੰ ਜਿੱਥੇ ਤੱਕ ਪੋਸੀਬਲ ਹੋਵੇ ਬਜ਼ੁਰਗ ਬੰਦਿਆਂ ਤੋਂ ਦੂਰ ਰੱਖਿਆ ਜਾਵੇ, ਆਪਣੇ ਜਿਹੜੇ ਛੋਟੇ ਹੋਰ ਭੈਣ ਭਰਾ ਉਹਨਾਂ ਤੋਂ ਦੂਰ ਰੱਖਿਆ ਜਾਵੇ। ਜੀ ਤੇ ਬਾਕੀ ਉਹਨਾਂ ਦੀ ਤਾਂ ਨਾਰਮਲ ਕੇਅਰ ਜਿਹੜੀ ਹੈਗੀ ਉਹ ਆਈਸੋਲੇਸ਼ਨ ਵਾਲੀ ਉਹ ਹੀ ਰੱਖੀ ਜਾ ਸਕਦੀ ਹੈਗੀ ਹੈ। ਤੇ ਇੱਕ ਬੱਚੇ ਕਿਉਂਕਿ ਜ਼ਿਆਦਾ ਐਕਟੀਵਿਟੀ ਕਰਦੇ ਆ ਤਾਂ ਕੋਸ਼ਿਸ਼ ਕੀਤੀ ਜਾਏ ਜਿੰਨੇ ਕਿ ਉਹ ਰੈਸਟ ਕਰਨ। ਜਿੰਨੀ ਜ਼ਿਆਦਾ ਰੈਸਟ ਹੁੰਦੀ ਹੈ ਓਨੀ ਤਕਲੀਫ ਜ਼ਿਆਦਾ। ਸੋ ਇਸ ਕਰਕੇ ਉਹਨਾਂ ਨੂੰ ਕੋਸ਼ਿਸ਼ ਕਰਕੇ ਰੈਸਟ ਕਰਵਾਇਆ ਹੈ। ਜਿਹੜਾ ਇਸ ਵਾਇਰਸ ਤੋਂ ਪ੍ਰਭਾਵਿਤ ਹੈ ਉਸ ਵਿਅਕਤੀ ਨੂੰ ਵੱਖ ਕਮਰੇ ਦੇ ਵਿੱਚ ਰੱਖਿਆ ਜਾਵੇ, ਜਿਵੇਂ ਕੋਵਿਡ ਦੇ ਵਿੱਚ ਸਾਵਧਾਨੀਆਂ ਵਰਤੀਆਂ ਜਾਂਦੀਆਂ ਸਨ? ਹਾਂ, ਬੈਟਰ ਤਾਂ ਇਹ ਕਿ ਜੇ 7 ਸਾਲ ਦੇ ਤੋਂ ਅਲੱਗ ਰੱਖਿਆ ਜਾਵੇ ਤੇ ਤਾਂ ਕਿ ਸੰਕਰਮਣ ਵਾਇਰਸ ਟ੍ਰਾਂਸਫਰ ਨਾ ਹੋ। ਜੀ ਤੇ ਡਾਕਟਰ, ਇਹ ਚੀਜ਼ ਪੁੱਛਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਹਿੰਦੇ ਸੀ ਕਿ ਕੋਵਿਡ ਜਿਹੜਾ ਹਵਾ ਦੇ ਰਾਹੀਂ ਫੈਲਦਾ ਹੈ, ਸੋ ਹਵਾ ਦੇ ਵਿੱਚ ਹੁੰਦਾ ਹੈ ਕਿ ਇਹ ਵਾਇਰਸ ਵੀ ਹਵਾ ਦੇ ਜ਼ਰੀਏ ਫੈਲਦਾ ਹੈ, ਸਾਹ ਦੇ ਜ਼ਰੀਏ ਫੈਲਦਾ ਹੈ, ਕਿੱਦਾਂ ਇੱਕ ਦੂਜੇ ਦੇ ਨਾਲ ਕਨੈਕਟਡ ਹੁੰਦਾ ਹੈ? ਇਹ ਵਾਇਰਸ ਵੀ ਹਵਾ ਦੇ ਹੁੰਦਾ ਵਾ, ਸਾਹ ਦੇ ਨਾਲ ਹੀ ਹੁੰਦਾ। ਜਦੋਂ ਕੋਈ ਬੰਦਾ ਜਿਵੇਂ ਇਨਫੈਕਸ਼ਨ ਹੁੰਦੀ ਹੈ, ਟਿਕ-ਟਾਕ ਮਾਰਦਾ ਹੈ ਜਾਂ ਖਾਂਸੀ ਕਰਦਾ ਹੈ ਤੇ ਉਹਦੇ ਜਿਹੜੇ ਡ੍ਰੌਪਲੇਟ ਹੈਗੇ ਆ ਉਹਦੇ ਨਾਲ ਵਾਇਰਸ ਜਿਹੜਾ ਹੈਗਾ ਕੁਝ ਦੇਰ ਤੱਕ ਹਵਾ ਦੇ ਵਿੱਚ ਰਹਿੰਦਾ। ਤੇ ਜਦੋਂ ਕੋਈ ਉਹੀ ਹਵਾ ਆਪਣੇ ਅੰਦਰ ਸਾਹ ਦੇ ਨਾਲ ਲੈ ਕੇ ਜਾਂਦਾ ਤਾਂ ਉਹਨਾਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ। ਜੀ ਪਰ ਜਦਕਿ ਇਹ ਕਰੋਨਾ ਜਿੰਨਾ ਇਨਫੈਕਸ਼ਸ ਨਹੀਂ ਹੈਗਾ, ਕਰੋਨਾ ਜ਼ਿਆਦਾ ਇਨਫੈਕਸ਼ਸ ਨਹੀਂ, ਉਹਨਾਂ ਇਨਫੈਕਸ਼ਸ ਨਹੀਂ ਹੈਗਾ, ਪਰ ਫਿਰ ਵੀ ਧਿਆਨ ਦੇਣ ਦੀ ਲੋੜ ਹੈ। ਸੋ ਜੀ ਡਾਕਟਰ ਸੁਸ਼ੀਲ ਗੁਪਤਾ, ਜਾਣਕਾਰੀ ਦੇਣ ਦੇ ਲਈ ਸਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਾਂਗੇ, ਤੁਸੀਂ ਸਾਡੇ ਨਾਲ ਜੁੜੇ। ਸੋ ਜਿਹੜਾ ਵਾਇਰਸ ਹੈ H3N2, ਇਸ ਤੋਂ ਬਚ ਕੇ ਰਹੋ। ਸਾਵਧਾਨੀਆਂ ਬਹੁਤ ਸਾਰੀਆਂ ਨੇ। ਕਰੋਨਾ ਦਾ ਵੇਲਾ ਸਭ ਨੇ ਦੇਖਿਆ, ਉਹ ਟਾਈਮ ਸਭ ਨੇ ਦੇਖਿਆ, ਸੋ ਕੋਸ਼ਿਸ਼ ਕਿ ਉਦੋਂ ਦਾ ਟਾਈਮ ਦੁਬਾਰਾ ਨਾ ਆਵੇ, ਉਸ ਤੋਂ ਪਹਿਲਾਂ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿਓ। ਮਾਸਕ ਪਾਓ ਤੇ ਹੋ ਸਕੇ ਆਪਣੀ ਡਾਈਟ ਦੇ ਵਿੱਚ ਚੰਗੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ। ਫਿਲਹਾਲ ਡੇਲੀ ਸੰਜੀਵਨੀ ਦੇ ਵਿੱਚ ਬਸ ਇੰਨਾ ਹੀ। ਤੇ ਇਜਾਜ਼ਤ, ਬਣੇ ਰਹੋ ਡੇਲੀ ਪੋਸਟ ਪੰਜਾਬ ਬਣਾਉਣਾ ਹਿਮਾਚਲ ਦੇ ਨਾਲ। ਸ਼ੁਕਰੀਆ।